TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਆਓ ਕੁਝ ਖਬਰਾਂ ਦੇ ਉੱਤੇ ਵਿਸਥਾਰ ਸਹਿਤ ਚਰਚਾ ਅਤੇ ਟਿੱਪਣੀਆਂ ਦੇ ਰੂਪ ਵਿੱਚ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਕਰੀਏ। ਸਭ ਤੋਂ ਪਹਿਲਾਂ ਉਹ ਖਬਰਾਂ ਕਿਹੜੀਆਂ ਹੋਣਗੀਆਂ ਜਿਨ੍ਹਾਂ ਨੂੰ ਆਧਾਰ ਬਣਾ ਕੇ ਉਸ ਦੇ ਉੱਤੇ ਗੱਲਬਾਤ ਕੀਤੀ ਜਾਣੀ ਹੈ। ਆਓ ਸੰਖੇਪ ਦੇ ਵਿੱਚ ਉਹਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂ। BC ਵਿੱਚ ਨਵੇਂ ਆਨਲਾਈਨ ਸਿਸਟਮ ਨਾਲ ਟੀਕਾਕਰਨ ਯੋਜਨਾ ਦੇ ਤੀਸਰੇ ਪੜਾਅ ਦੀ ਸ਼ੁਰੂਆਤ। ਜਾਰਜ ਫਲੋਇਡ ਦੀ ਮੌਤ ਦੇ ਮਾਮਲੇ ਵਿੱਚ ਮਿਨੀਐਪੋਲਿਸ ਪੁਲਿਸ ਮੁਖੀ ਦਾ ਵੱਡਾ ਬਿਆਨ। ਨਕਸਲੀਆਂ ਖਿਲਾਫ ਸੁਰੱਖਿਆ ਦਸਤਿਆਂ ਨੂੰ ਦੇ ਦਿੱਤਾ ਗਿਆ ਫ੍ਰੀ ਹੈਂਡ। ਔਰਤਾਂ ਨੂੰ ਮੁਫਤ ਬਸਤੀ ਸਹੂਲਤ ਨਾਲ PRTC ਕੁਝ ਹੀ ਦਿਨਾਂ ਵਿੱਚ ਹੋਈ ਡਾਮਾਡੋਲ। ਸਿੱਧੀ ਅਦਾਇਗੀ ਲਈ ਕੇਂਦਰ ਜਿੱਦ ਤੇ ਅੜਿਆ। ਕੇਂਦਰ ਦਾ ਇੱਕ ਹੋਰ ਖੁੰਦਕ ਭਰਿਆ ਕਿਸਾਨਾਂ ਖਿਲਾਫ ਫੈਸਲਾ। ਲੈਂਟਰ ਡਿੱਗਣ ਦੇ ਮਾਮਲੇ ਵਿੱਚ ਬਿਲਡਿੰਗ ਦਾ ਮਾਲਕ ਗ੍ਰਿਫਤਾਰ। ਮੰਡੀ ਕਲਾਂ ਦੇ ਕਿਸਾਨ ਦੀ ਇੱਕ ਸੰਘਰਸ਼ ਲੇਖੇ ਲੱਗੀ ਜਿੰਦ ਅਤੇ ਵਿਆਹ ਵਾਲੇ ਦਿਨ ਇੱਕ ਲਾੜਾ ਤੇ ਲਾੜੀ ਨੂੰ ਲੱਗਿਆ ਪਤਾ ਕਿ ਆਪਸ ਵਿੱਚ ਨੇ ਭੈਣ ਭਰਾ। ਦੋਸਤੋ, ਇਹ ਕੁਝ ਖਬਰਾਂ ਹੋਣਗੀਆਂ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਗੱਲਬਾਤ ਕਰਾਂਗੇ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਤੁਹਾਡੇ ਹਵਾਲੇ ਕਰਦੇ ਹਾਂ, ਉਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤਾਂ ਕਿ ਆਪਣੀ ਰੋਜ਼ਾਨਾ ਦੀ ਗੱਲਬਾਤ ਸਮੇਂ ਸਿਰ ਤੁਹਾਡੇ ਤੱਕ ਹੁੰਦੀ ਰਹੇ, ਪੁੱਜਦੀ ਰਹੇ। ਤੇ ਆਓ ਹੁਣ ਵਿਸਥਾਰ ਨਾਲ ਖਬਰਾਂ ਸਾਂਝੀਆਂ ਕਰਾਂ। ਸਭ ਤੋਂ ਪਹਿਲੀ ਦਿਲਚਸਪ ਖਬਰ ਆਖੀ ਜਾ ਸਕਦੀ ਹੈ, ਲੋਕ ਵਿਛੜਦੇ ਵੀ ਹੈ। ਦਰਅਸਲ ਵਿਛੜਨਾ ਤੇ ਮਿਲਣਾ ਇਹ ਜ਼ਿੰਦਗੀ ਦਾ ਇੱਕ ਦਸਤੂਰ ਹੈ, ਪਰ ਮਿਲਦੇ ਵਿਛੜੇ ਹੋਏ ਕਿਸਮਤ ਵਾਲੇ ਲੋਕ ਨੇ। ਚੀਨ ਦੇ ਵਿੱਚੋਂ ਇੱਕ ਖਬਰ ਸਾਹਮਣੇ ਆ ਰਹੀ ਹੈ। ਮਾਮਲਾ ਅਜੀਬ ਕਿਸਮ ਦਾ ਹੈ, ਖਬਰ ਬੜੀ ਅਜੀਬ ਕਿਸਮ ਦੀ ਹੈ। ਲਾੜਾ ਲਾੜੀ ਵਿਆਹ ਵਾਲੇ ਦਿਨ ਜੇਕਰ ਉਹਨਾਂ ਨੂੰ ਪਤਾ ਲੱਗੇ ਕਿ ਇਹ ਆਪਸ ਵਿੱਚ ਭੈਣ ਭਰਾ ਨੇ ਤੇ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਹੋਏਗਾ, ਤੁਸੀਂ ਅੰਦਾਜ਼ਾ ਲਾ ਕੇ ਦੇਖੋ। ਅਸਲ ਦੇ ਵਿੱਚ ਵਿਆਹ ਹੋ ਰਿਹਾ ਸੀ। ਵਿਆਹ ਹੁੰਦਿਆਂ ਹੁੰਦਿਆਂ ਲੜਕੀ ਦੇ ਹੱਥ ਤੇ ਨਜ਼ਰ ਪਈ ਲਾੜੇ ਦੀ ਮਾਂ ਦੀ। ਉਹ ਦੇਖ ਕੇ ਹੈਰਾਨ ਹੋਈ ਅਤੇ ਦੇਖ ਕੇ ਹੱਥ ਦੇਖਣ ਤੋਂ ਬਾਅਦ ਉੱਚੀ ਉੱਚੀ ਰੋਣ ਲੱਗ ਪਈ। ਪੁੱਛਿਆ ਕੀ ਹੋਇਆ? ਉਹ ਕਹਿੰਦੀ, ਆਹ ਜਿਹੜੀ ਲੜਕੀ ਹੈ ਇਹਦੇ ਬਾਬਤ ਦੱਸਿਆ ਜਾਵੇ ਕਿ ਤੁਹਾਡੀ ਇਹ ਸਕੀ ਧੀ ਹੈ। ਉਹ ਕਹਿੰਦੇ ਕੀ ਕਾਰਨ? ਉਹ ਕਹਿੰਦੇ ਕਾਰਨ ਇਹ ਹੈ ਕਿ ਜਿਹੜਾ ਇਹਦੇ ਉੱਤੇ ਬਰਥ ਮਾਰਕ ਹੈ ਇਹਦੇ ਹੱਥ ਤੇ, ਇਹ ਮੇਰੀ ਧੀ ਇੱਕ ਵਿਛੜੀ ਸੀ ਮੇਰੇ ਤੋਂ, ਇਹ ਬਿਲਕੁਲ ਉਹੀ ਬਰਥ ਮਾਰਕ ਹੈ। ਲਾੜੀ ਦੇ ਹੱਥਾਂ ਦਾ ਜਿਹੜਾ ਬਰਥ ਸਾਈਨ ਸੀ, ਬਰਥ ਮਾਰਕ ਸੀ, ਉਹਨੂੰ ਦੇਖ ਕੇ ਦਰਅਸਲ ਮਾਂ ਨੇ ਆਪਣੀ ਧੀ ਨੂੰ ਪਛਾਣ ਲਿਆ। ਚੀਨ ਦੇ ਜਿਆਂਗਸੂ ਸੂਬੇ ਦੇ ਸੁਜੋ ਦਾ ਇਹ ਮਾਮਲਾ ਹੈ। ਆ ਬੀਤੀ 31 ਤਰੀਕ ਨੂੰ 31 ਮਾਰਚ ਨੂੰ ਇਸ ਜੋੜੇ ਦਾ ਵਿਆਹ ਹੋ ਰਿਹਾ ਸੀ। ਇਸੇ ਹੀ ਦੌਰਾਨ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਅੱਥਰੂ ਫਿਰ ਨਜ਼ਰ ਆਏ। ਜਿਹੜੀ ਜਾਣਕਾਰੀ ਮਿਲੀ ਹੈ ਕਿ ਲਾੜੀ ਦਾ ਬਰਥ ਮਾਰਕ ਦੇਖ ਕੇ, ਬਰਥ ਸਾਈਨ ਦੇਖ ਕੇ, ਲੜਕੇ ਦੀ ਮਾਂ ਨੇ ਜਦ ਲਾੜੀ ਦੀ ਮਾਪਿਆਂ ਨੂੰ ਤੇ ਮਾਂ ਨੂੰ ਪੁੱਛਿਆ ਕਿ ਆਹ ਦੱਸੋ ਧੀ ਤੁਹਾਡੀ ਆਪਣੀ ਹੈ, ਉਹ ਕਹਿੰਦੇ ਨਹੀਂ ਜੀ, ਅਸਲ ਦੇ ਵਿੱਚ ਇਹ ਬੱਚੀ ਲਗਭਗ ਸਾਨੂੰ 20 ਵਰ੍ਹੇ ਪਹਿਲਾਂ ਇੱਕ ਸੜਕ ਦੇ ਕਿਨਾਰਿਓਂ ਮਿਲੀ ਸੀ। ਉਹਦੇ ਤੋਂ ਬਾਅਦ ਅਸੀਂ ਇਸ ਨੂੰ ਚੁੱਕਿਆ, ਪਾਲਿਆ, ਵੱਡੀ ਕੀਤਾ, ਪੜ੍ਹਾਇਆ ਤੇ ਅੱਜ ਇਸ ਦਾ ਆਪਾਂ ਵਿਆਹ ਕਰ ਰਹੇ ਹਾਂ। ਤੇ ਫਿਰ ਇਹਦਾ ਮਤਲਬ ਹੁਣ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਲਾੜਾ ਤੇ ਲਾੜੀ ਸਕੇ ਭੈਣ ਭਰਾ ਹੋਏ। ਫਿਰ ਉਹ ਲਾੜੇ ਦੀ ਮਾਂ ਵੀ ਬੋਲ ਪਈ। ਅਸਲ ਦੇ ਵਿੱਚ ਕਹਿੰਦੀ, ਜਦੋਂ ਇਹ ਮੇਰੀ ਧੀ ਮੇਰੇ ਤੋਂ ਗਵਾਚ ਗਈ, ਮੇਰੇ ਤੋਂ ਖੁੱਸ ਗਈ, ਮੇਰੇ ਫਿਰ ਕੋਈ ਔਲਾਦ ਨਹੀਂ ਸੀ, ਮੈਂ ਆਪਣੀ ਲੜਕੀ ਗੁੰਮ ਹੋਣ ਤੋਂ ਬਾਅਦ ਫਿਰ ਇੱਕ ਲੜਕਾ ਗੋਦ ਲੈ ਲਿਆ। ਭਾਵ ਉਹ ਸਕੇ ਭੈਣ ਭਰਾ ਤਾਂ ਨਹੀਂ ਸੀ, ਪਰ ਇੱਕੋ ਹੀ ਮਾਂ ਦੇ ਪੁੱਤ, ਇੱਕ ਉਸ ਦੇ ਪੇਟ ਵਿੱਚੋਂ ਜਨਮ ਲਿਆ ਤੇ ਦੂਸਰੇ ਨੂੰ ਉਸ ਮਾਂ ਨੇ ਪਾਲਿਆ। ਹੁਣ ਵਿਆਹ ਦੇ ਦਿਨ ਇਹ ਅਸਲੀਅਤ ਖੁੱਲ੍ਹ ਗਈ। ਲਾੜਾ ਤੇ ਲਾੜੀ ਵੀ ਬੇਹੱਦ ਭਾਵੁਕ ਹੋ ਗਏ। ਦੋਵਾਂ ਨੂੰ ਆਪਣੇ ਅਸਲ ਮਾਂ-ਬਾਪ ਦੇ ਬਾਬਤ ਵੀ ਪਤਾ ਲੱਗ ਗਿਆ, ਕਿਉਂਕਿ ਪਹਿਲਾਂ ਨਾ ਤਾਂ ਉਸ ਲਾੜੇ ਦੀ ਮਾਂ ਨੇ ਤੇ ਨਾ ਲਾੜੀ ਦੀ ਮਾਂ ਨੇ, ਭਾਵ ਲੜਕਾ ਲੜਕੇ ਦੇ ਮਾਪਿਆਂ ਨੇ ਕਦੇ ਨਹੀਂ ਸੀ ਦੱਸਿਆ ਕਿ ਤੁਸੀਂ ਸਾਡੀ ਆਪਣੀ ਔਲਾਦ ਨਹੀਂ, ਕਿ ਤੁਸੀਂ ਸਾਨੂੰ ਸੜਕ ਕਿਨਾਰਿਓਂ ਮਿਲੀ ਤੇ ਤੈਨੂੰ ਮੈਂ ਗੋਦ ਲਿਆ। ਪਰ ਉਹਦੇ ਤੋਂ ਬਾਅਦ ਵਿਆਹ ਫਿਰ ਵੀ ਬੇਹੱਦ ਧੂਮ-ਧਾਮ ਨਾਲ ਸੰਪੰਨ ਹੋ ਗਿਆ। ਇਸ ਮੌਕੇ ਲਾੜੀ ਦੀ ਮਾਂ ਨੂੰ ਇੱਕ ਨਹੀਂ ਦੋ ਖੁਸ਼ੀਆਂ ਮਿਲ ਗਈਆਂ। ਇਸ ਦਿਨ ਦੇ ਵਿੱਚ ਜਦੋਂ ਮੈਂ ਵੇਖ ਰਿਹਾ ਸੀ, ਖਬਰ ਪੜ੍ਹ ਰਿਹਾ ਸੀ, ਚੀਨ ਦੇ ਹਰ ਇੱਕ ਅਖਬਾਰ ਦੇ ਉੱਤੇ, ਮੀਡੀਆ ਦੇ ਉੱਤੇ ਸਭ ਤੋਂ ਵੱਡੀ ਖਬਰ ਦੇ ਰੂਪ ਵਿੱਚ ਇਸ ਨੂੰ ਪੇਸ਼ ਕੀਤਾ ਜਾ ਰਿਹਾ ਸੀ। ਉੱਥੋਂ ਦੇ ਅਖਬਾਰਾਂ ਦੀ ਇਹ ਖਬਰ ਹੈਡਲਾਈਨ ਬਣੀ ਹੋਈ ਹੈ। ਬੜੀ ਦਿਲਚਸਪ ਖਬਰ ਹੈ।
कि विछड़े मिले पर मिले किहड़े मोड़ ते, ये अपने आप दे विच अजीब खबर सी। ते हुण आपां आईए साडे अपने इस सूबे ब्रिटिश कोलंबीआ वालों। तुहानूं पता है कि कोविड चल रहा है, उहदे टीके भी वक्खो वक्ख मुल्कां विच लग रहे ने। इत्थे भी टीकाकरण योजना है ते उहदे 4 पड़ावां दे विचों तीसरे पड़ाव की अज शुरुआत हुई है। BC दे विच कोविड-19 की वैक्सीन जेकर किसी ने लैनी होवे, उहदे जिहड़े योग व्यक्ति ने उन्हां नूं अपनी अपॉइंटमेंट बुक करने वास्ते नवां ऑनलाइन रजिस्ट्रेशन सिस्टम अज शुरू कर दिता गया है ते अज इसकी शुरुआत सवेर वक्त की गई। BC सरकार के मुताबिक एक कन्फर्मेशन कोड हासिल करने लई पहला रजिस्टर करना लाजमी है और फिर फोन, ईमेल या टैक्सट राही संपर्क करने ते अपनी अपॉइंटमेंट बुक की जा सकेगी। 71 साल तो वध उम्र के व्यक्ति ਜਾਂ फिर जिन्हां दा जन्म 1950 ਜਾਂ उस तो पहला होया वो बुकिंग कर सकते हैं, ਜਾਂ फिर 18 साल ਜਾਂ वध उम्र तो जिहड़े इंडिजिनस भाईचारा है, जिहड़े मूल निवासी ने, वो अपनी बुकिंग करवा सकते हैं। जिन्हां दी सेहत कमज़ोर है तो वो अपनी इस ऑनलाइन सिस्टम राही अपॉइंटमेंट बुक करवा के टीका लगवा सकते हैं। 55 तो 65 साल की जिहड़ी उम्र के लोग ने वो BC ਦੀਆਂ फार्मेसियां ते जाके एक्सफोर्ड की बनाई हुई एस्ट्राजेनेका की वैक्सीन वास्ते अपनी अपॉइंटमेंट लै सकते हैं। ये नाल ही BC वैक्सीन दी अपॉइंटमेंट बुक करने लई एक नवे कॉल सेंटर की भी शुरुआत अज सवेरे 8 बजे कर दी गई। मिनिस्ट्री के अनुसार नवी ऑनलाइन सेवा ਅਤੇ नवा कॉल सेंटर 5 रीजनल कॉल सेंटर की थां ते अज बना दिता गया ते चालू कर दिता गया है ते तुसीं हुण आपदी उस दे विच बुकिंग करवा सकते हो। तो दूसरी खबर जिहड़ी साल 2020 की वड्डियां खबरां दे विचों एक खबर सी कि एक सियाह मूल के व्यक्ति की पुलिस के हत्थों मौत हो गई सी, तो केस भी चल रहा है। उस केस के मामले दे विच अमरीका के मिनियापोलिस पुलिस चीफ का कहना है कि जॉर्ज फ्लॉयड की मौत के मामले में जिहड़ा दोषां का सामना कर रहा साबका पुलिस अफसर डेरिक है, डेरिक ने जॉर्ज की धौण ते गोडा धर के रखिया क्योंकि बीते दिन उसने अदालत नूं यह आख्या सी कि मैं तो उही काम किया जिहड़ा मेरे डिपार्टमेंट ने मैनूं 19 सालों में सिखाया सी। असल दे विच जदों अज अदालत दे विच ये गलबात चल रही सी तां पुलिस मुखी ने कहा, पुलिस चीफ ने कहा कि यह डिपार्टमेंट दीयां नीतियां दी डेरिक ने उलंघना की है। जदों कोई फ्लॉयड दे वल्लों अजिहा करन ते विरोध विखाउणा उसने बंद कर दिता सी अते उसकी हालत लगातार विगड़ती जा रही सी। डेरिक दे ट्रायल के 6वें दिन चीफ मिडेरिया ओरडोनो ने आख्या कि फ्लॉयड नूं हथ कड़ी भी लाई जा चुकी सी, उन्होंने जमीन ते पुट्ठा सिटिया भी जा चुकिया सी। उन्होंने कहा कि अजिही हालत विच किसी भी सूरत दे विच डिपार्टमेंट की इस तरह की कोई भी नीति नहीं कि किसी शक्की की धौण के उत्ते इस तरह गोडा रखा जाए जिमें कि जॉर्ज फ्लॉयड की धौण ते रखा गया। उन्होंने कहा कि यह पुलिस के असूलों ते कदरां कीमतां दे नाल बिल्कुल मेल नहीं खाता। इस तो इलावा जॉर्ज फ्लॉयड की मौत के ऐलान तो पहला उसनूं वेखण वाले डॉक्टर का बयान भी दर्ज किया गया। मामले की कार्रवाई चल रही है। दसना बनता कि बीते वरे एक सियाह मूल का व्यक्ति 9 मिनट तो ज़्यादा समय तक लई पुलिस की ज्यादती का शिकार होंदा रहा सी। उहदी धौण ते गर्दन ते गोडा रखा होया सी। वो वार वार आख रहा सी कि मेरा साह रुक रहा है, मेरा साह रुक रहा है, पर पुलिस अफसर ने गोडा नहीं सी चुकिया। 2 पुलिस अफसर आले दुआले खड़े वेख रहे सी। लोग भी आख रहे सी कि बंदे नूं छड्ड दिओ, बंदे नूं छड्ड दिओ, पर आखिरकार वो ये कहंदा कि मेरा साह रुक रहा है, मैनूं साह लैना औखा हो रहा है, उसने अपने प्राण त्याग दिते सन। उहदे तो बाद 3 पुलिस अफसर नौकरियों कढ़ दिते गए सन ते 3 के खिलाफ हुण मुकदमा चल रहा है। अगली खबर भारत वाले पासियों है। शायद तुहानूं याद होना कि बीते दिनी नैक्सलाइटां अते सुरक्षा बलों के विचकार मुकाबला होया सी। ये मुकाबला छत्तीसगढ़ के बीजापुर दे विच बीते शनिचरवार नूं होया सी। इस मुकाबले तो बाद सरकार काफ़ी सख्ती विच लग रही है। लग रहा है कि हुण आर पार की लड़ाई सरकार वालों लड़ी जाएगी। केंद्रीय गृह मंत्री अमित शाह ने सुरक्षा बलों नूं मिल के साफ साफ आख दिता है कि अगे वधो, इन्हां दा सफाया कर दिओ। लंबे समय तो नक्सलवाद नाल लड़ रहे सुरक्षा बलों नूं हुण एक तरह दे नाल सरकार ने फ्री हैंड दे दिता है। हुण सथानक पद्धर ते ओह कहंदे रणनीति बनेगी। सुरक्षा बल फौरी एक्शन नूं लैके नक्सलाइटां ते हमला बोल सकिया करनगे। अमित शाह अते सूबे के मुख्य मंत्री भूपेश बघेल दे
ਸੋਮਵਾਰ ਨੂੰ ਧੁਰ ਨਕਸਲੀ ਇਲਾਕੇ ਬਾਸਾਗੁੜਾ ਦੇ ਦੌਰੇ ਨੂੰ ਨਕਸਲ ਫਰੰਟ ਤੋਂ ਲੜ ਰਹੇ ਜਵਾਨਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਗਿਆ ਹੈ। ਹਮਲੇ ਤੋਂ ਬਾਅਦ ਕੇਂਦਰੀ ਮੰਤਰੀ ਅਮਿਤ ਸ਼ਾਹ ਉਸ ਕੈਂਪ ਤੇ ਬਾਸਾਗੁੜਾ ਤੱਕ ਪਹੁੰਚੇ। ਇਹ ਦੱਸਣਾ ਬਣਦਾ ਹੈ ਕਿ ਉਹ ਬੜਾ ਖਤਰਨਾਕ ਇਲਾਕਾ ਹੈ ਤੇ ਅੱਜ ਤੱਕ ਉੱਥੇ ਪਹਿਲਾਂ ਕੋਈ ਗ੍ਰਹਿ ਮੰਤਰੀ ਨਹੀਂ ਸੀ ਪਹੁੰਚਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਗਦਲਪੁਰ ਦੇ ਬਾਸਾਗੁੜਾ ਦੀਆਂ ਬੈਠਕਾਂ ਵਿੱਚ ਨਕਸਲਾਈਟਾਂ ਖਿਲਾਫ ਰਣਨੀਤੀ ਤੇ ਕੋਈ ਗੱਲ ਨਹੀਂ ਸੀ ਆਖੀ। ਉਹਨਾਂ ਸੁਰੱਖਿਆ ਬਲਾਂ ਨੂੰ ਬਸ ਇੰਨਾ ਆਖਿਆ ਕਿ ਹੁਣ ਫੌਜੀਆਂ ਦੀ ਸ਼ਹਾਦਤ ਬੇਕਾਰ ਨਹੀਂ ਜਾਣ ਦੇਵਾਂਗੇ। ਨਕਸਲਾਈਟਾਂ ਦੇ ਗੜ੍ਹ ਦੇ ਵਿੱਚ ਕਹਿੰਦੇ ਇੰਨੀ ਦੂਰ ਤੱਕ ਪਹਿਲੀ ਵਾਰੀ ਬਣਿਆ ਅਤੇ ਹੁਣ ਇਹਨਾਂ ਨੂੰ ਨੇਸ ਤੋਂ ਨਬੂਦ ਕਰ ਦਿਓ। ਅਮਿਤ ਸ਼ਾਹ ਨੇ ਸਿੱਧੇ ਦੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਇਹ ਯੁੱਧ ਹੈ, ਤੈਅ ਹੁਣ ਤੁਸੀਂ ਕਰਨਾ ਹੈ ਕਿ ਲੜਨਾ ਕਿਵੇਂ ਹੈ। ਕੇਂਦਰ ਅਤੇ ਸੂਬਾ ਸਰਕਾਰ ਤੁਹਾਡੇ ਨਾਲ ਹੈ, ਤੁਹਾਨੂੰ ਕਿਸ ਤੋਂ ਹੁਣ ਪੁੱਛਣ ਦੀ ਜ਼ਰੂਰਤ ਨਹੀਂ ਹੋਏਗੀ। ਜਦੋਂ ਜੰਗ ਤੁਸੀਂ ਲੜਨੀ ਹੈ, ਯੁੱਧ ਤੁਸੀਂ ਲੜਨਾ ਹੈ, ਮੁਕਾਬਲਾ ਤੁਸੀਂ ਕਰਨਾ ਹੈ, ਫੌਰੀ ਐਕਸ਼ਨ ਤੁਸੀਂ ਲੈਣਾ ਹੈ। ਇਹ ਤੁਸੀਂ ਦੇਖਣਾ ਹੈ ਕਿ ਉਹਨਾਂ ਦਾ ਸਫਾਇਆ ਕਿਵੇਂ ਕਰਨਾ। ਉੱਪਰੋਂ ਆਰਡਰ ਉਡੀਕਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੋਵੇਗੀ। ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ ਕਿ ਉਹ ਜਿਹੜੇ ਨਕਸਲਾਈਟਾਂ ਦੇ ਖਿਲਾਫ ਉੱਥੇ ਜੰਗ ਦੇ ਮੈਦਾਨ ਵਿੱਚ ਫੌਜੀ ਸਨ, ਸੁਰੱਖਿਆ ਬਲ ਹੁੰਦੇ ਸਨ, ਕਿ ਉਹਨਾਂ ਨੂੰ ਆਪਣੇ ਪੱਧਰ ਤੇ ਉੱਤੇ ਰਣਨੀਤੀ ਐਲਾਨਣ ਵਾਸਤੇ ਫ੍ਰੀ ਹੈਂਡ ਦਿੱਤਾ ਹੋਵੇ। ਸੋ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਹੜੇ ਤਰੀਕੇ ਨਾਲ ਨਵੀਂ ਰਣਨੀਤੀ ਤਿਆਰ ਕਰਕੇ ਅੱਗੇ ਇਸ ਜੰਗ ਦੇ ਮੈਦਾਨ ਵਿੱਚ ਨਿਤਰਿਆ ਜਾਂਦਾ ਹੈ। ਅਗਲੀ ਖਬਰ 1 ਅਪ੍ਰੈਲ ਨੂੰ ਸੀ, ਤੁਹਾਡੇ ਨਾਲ ਸਾਂਝੀ ਕੀਤੀ ਕਿ 1 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਔਰਤਾਂ ਵਾਸਤੇ ਪੰਜਾਬ ਸਰਕਾਰ ਨੇ ਆਖਿਆ ਸੀ ਕਿ ਸਰਕਾਰੀ ਬੱਸਾਂ ਦੇ ਵਿੱਚ ਜਿਹੜੀ ਸਫ਼ਰ ਹੈ, ਸਹੂਲਤ ਹੈ, ਉਹ ਮੁਫਤ ਹੋਵੇਗਾ। ਪਰ ਤੁਸੀਂ ਦੇਖੋ ਕਿ ਚੋਣ ਵਰ੍ਹਾ ਹੈ, ਪੰਜਾਬ ਸਰਕਾਰ ਦਾ ਇਹ ਐਲਾਨ ਕਿ ਸਰਕਾਰੀ ਬੱਸਾਂ ਦੇ ਵਿੱਚ ਔਰਤਾਂ ਹੁਣ ਮੁਫਤ ਵਿੱਚ ਸਫ਼ਰ ਕਰਿਆ ਕਰਨਗੇ, ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ। ਇਹਦੇ ਕਾਰਨ ਅੱਜ ਆਪ ਤਰੀਕ ਦੇਖੋ ਕਿ 1 ਹਫ਼ਤਾ ਲੱਗਿਆ ਨਹੀਂ, PRTC ਹੁਣੀ ਡਾਵਾਡੋਲ ਹੋ ਗਈ। ਇੱਕ ਦਿਨ ਦੇ ਵਿੱਚ ਪਤਾ ਲੱਗਿਆ ਕਿ 40 ਲੱਖ ਰੁਪਏ ਦਾ ਘਾਟਾ ਪੈਣ ਲੱਗ ਪਿਆ ਅਤੇ ਹਰ ਮਹੀਨੇ ਕਰੀਬ 15 ਕਰੋੜ ਰੁਪਏ ਦਾ ਘਾਟਾ ਪਿਆ ਕਰੇਗਾ। ਇਸ ਨਾਲ ਅਦਾਰੇ ਦੀ ਹਾਲਤ ਜੇਕਰ ਹੁਣੀ ਡਾਵਾਡੋਲ ਹੋਣ ਲੱਗ ਪਈ ਤਾਂ ਜੇਕਰ ਪੂਰੇ ਸਾਲ ਦਾ ਹਿਸਾਬ ਲਾਈਏ ਤਾਂ ਇਹ ਘਾਟਾ ਲਗਭਗ 200 ਕਰੋੜ ਤੱਕ ਪਵੇਗਾ। ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਘਾਟਾ ਇਸ ਤੋਂ ਵੱਖਰਾ ਹੈ। ਇਸ ਨਾਲ ਅਦਾਰੇ ਉੱਪਰ ਪੈਣ ਵਾਲੇ ਵਿੱਤੀ ਬੋਝ ਦੇ ਕਾਰਨ ਇਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ। ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪੈਨਸ਼ਨਰ ਤਾਂ ਆਪਣਾ ਬਕਾਇਆ ਜਾਂ ਅਦਾਇਗੀਆਂ ਲੈਣ ਵਾਸਤੇ ਪਹਿਲਾਂ ਹੀ ਅਦਾਲਤਾਂ ਦੇ ਵਿੱਚ ਟੱਕਰਾਂ ਮਾਰਦੇ ਫਿਰ ਰਹੇ ਨੇ, ਕੇਸ ਲੜ ਰਹੇ ਨੇ। ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਹੋਰ ਵੱਖ-ਵੱਖ ਵਰਗਾਂ ਨੂੰ ਵੀ ਰਿਆਇਤਾਂ ਦਿੱਤੀਆਂ ਹੋਈਆਂ ਨੇ। ਮੁਫਤ ਬੱਸ ਸਰਵਿਸ ਉਹਨਾਂ ਨੂੰ ਪਹਿਲਾਂ ਹੀ ਦਿੱਤੀ ਹੋਈ ਹੈ ਇਹ ਸਹੂਲਤ। ਉਹਦੇ ਨਾਲ ਵੀ ਪ੍ਰਤੀ ਮਹੀਨੇ 10 ਕਰੋੜ ਰੁਪਏ ਦਾ ਬਿੱਲ ਬਣਦਾ ਹੈ। ਭਾਵੇਂ ਸਰਕਾਰ ਨੇ PRTC ਨੂੰ ਇਸ ਦੀ ਭਰਪਾਈ ਲਈ ਅਦਾਇਗੀ ਕਰਨੀ ਹੁੰਦੀ ਹੈ, ਪਰ ਲੰਬੇ ਸਮੇਂ ਤੋਂ ਕਰੋੜਾਂ ਰੁਪਏ ਸਰਕਾਰ ਸਿਰ ਖੜੇ ਹੈ। 150 ਕਰੋੜ ਰੁਪਏ ਦੀ ਬਕਾਇਆ ਅਦਾਇਗੀ ਹਾਲੇ ਵੀ ਲਟਕੀ ਹੋਈ ਹੈ। ਇੱਕ ਹੋਰ ਜਾਣਕਾਰੀ ਮਿਲੀ ਹੈ ਕਿ ਪਹਿਲਾਂ PRTC ਨੂੰ ਪ੍ਰਤੀ ਦਿਨ 1 ਕਰੋੜ ਤੇ 25 ਲੱਖ ਰੁਪਏ ਦੀ ਆਮਦਨ ਹੁੰਦੀ ਸੀ। ਕੁਝ ਹੀ ਦਿਨਾਂ ਦੇ ਅੰਦਰ ਔਰਤਾਂ ਨੂੰ ਜਿਹੜੀ ਮੁਫਤ ਸਹੂਲਤ ਦੇ ਦਿੱਤੀ ਕਿ ਬੱਸ ਵਿੱਚ ਸਫ਼ਰ ਕਰੋ ਸਰਕਾਰੀ ਬੱਸ 'ਚ, ਉਹ ਘਟ ਕੇ ਹੁਣ 90 ਲੱਖ ਪ੍ਰਤੀ ਦਿਨ ਇਹਨਾਂ ਦੀ ਆਮਦਨ, ਭਾਵ 40 ਲੱਖ ਰੁਪਇਆ ਇੱਕ ਦਿਨ ਵਿੱਚ ਘਟਿਆ। ਤੇ ਦੂਸਰੇ ਪਾਸੇ PRTC ਵਰਕਰ ਯੂਨੀਅਨ ਦੇ ਮੁੱਖ ਸਰਪ੍ਰਸਤ ਨੇ ਨਿਰਮਲ ਸਿੰਘ ਦਾ ਕਹਿਣਾ ਹੈ ਕਿ ਔਰਤਾਂ ਨੂੰ ਮੁਫਤ ਬੱਸ ਸਫ਼ਰ ਦੀ ਸਹੂਲਤ ਦੇਣਾ ਕੋਈ ਮਾੜੀ ਗੱਲ ਨਹੀਂ, ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਅਦਾਰੇ ਨੂੰ ਵਿੱਤੀ ਹਾਲਤ ਦਾ ਖਿਆਲ ਤਾਂ ਰੱਖੇ, ਘਾਟੇ ਤੋਂ ਬਚਾਉਣ ਵਾਸਤੇ ਕੋਈ ਵਿੱਤੀ ਸਹਾਇਤਾ ਤਾਂ ਦੇਵੇ। ਜਦ ਕਿ ਕਹਿੰਦੇ ਮੁਫਤ ਸਹੂਲਤਾਂ ਦੇ ਪਿਛਲੇ ਬਕਾਇਆਂ ਦੀ ਕਰੋੜਾਂ ਰੁਪਏ ਦੀ ਅਦਾਇਗੀ ਸਰਕਾਰ ਨੇ ਪਹਿਲੇ ਨਹੀਂ ਕੀਤੀ। ਅਦਾਰੇ ਦੇ ਪੈਨਸ਼ਨਰਾਂ ਦੀ ਅਦਾਇਗੀ ਸਮੇਂ ਸਿਰ ਹੋ ਨਹੀਂ ਰਹੀ, ਉਹ ਪਹਿਲਾਂ ਹੀ ਧੱਕੇ ਖਾਣ ਵਾਸਤੇ ਮਜਬੂਰ ਹੋਏ ਪਏ ਨੇ। ਉਹ ਕਹਿੰਦੇ ਕੋਈ ਵਿਉਂਤਬੰਦੀ ਸਰਕਾਰ ਕਰਦੀ ਨਹੀਂ, ਬਸ ਫੈਸਲਾ ਸੁਣਾ ਦਿੰਦੀ ਹੈ, ਜਿਹਦੇ ਕਾਰਨ ਮੁਲਾਜ਼ਮ ਵੀ ਜਿਹੜੇ ਇਸ ਵਕਤ ਕੰਮ ਕਰ ਰਹੇ ਨੇ ਤੇ ਪੈਨਸ਼ਨਰ ਵੀ, ਉਹਨਾਂ ਦੇ ਭਵਿੱਖ ਦੇ ਉੱਤੇ ਅਸਰ ਕਿਹੜਾ ਪੈਣਾ ਹੈ ਉਹ ਕਹਿੰਦੇ ਤੁਸੀਂ ਆਪ ਸੋਚ ਸਕਦੇ ਹੋ। ਜੇਕਰ 40 ਲੱਖ ਰੁਪਏ ਦਾ ਘਾਟਾ ਇੱਕ ਦਿਨ ਦੇ ਵਿੱਚ ਹੁਣ ਇਸ ਅਦਾਰੇ ਨੂੰ ਪੈਣ ਲੱਗ ਪਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਾਟਾ ਕਿਵੇਂ ਹੋਏਗਾ। ਸਾਲ ਦੇ ਵਿੱਚ ਲਗਭਗ 200 ਕਰੋੜ ਰੁਪਏ ਦਾ ਘਾਟਾ ਪੈਣਾ ਹੈ। ਸੋ ਝੱਲਣਾ ਕੀ ਨਹੀਂ ਹੈ। ਸੋ ਅਗਲੀ ਜਿਹੜੀ ਖਬਰ ਹੈ, ਕੇਂਦਰ ਅਤੇ ਪੰਜਾਬ ਸਰਕਾਰ ਜਿੱਦ ਤੇ ਅੜ ਗਈਆਂ ਨੇ। ਇਹਦੇ ਵਿੱਚ ਵੱਡਾ ਨੁਕਸਾਨ ਕਿਹਨੂੰ ਹੋਣਾ ਹੈ? ਆੜਤੀਆਂ ਨੂੰ ਹੋਣਾ, ਪੱਲੇਦਾਰਾਂ ਨੂੰ ਹੋਣਾ, ਮੁਨੀਮਾਂ ਨੂੰ ਹੋਣਾ ਤੇ ਕਿਸਾਨਾਂ ਨੂੰ ਹੋਣਾ। ਇੱਕ ਪਾਸੇ ਕੇਂਦਰ ਸਰਕਾਰ
ਤੇ ਦੂਸਰੇ ਪਾਸੇ ਸਮੁੱਚੇ ਪੰਜਾਬ ਦੇ ਵਿੱਚੋਂ ਅੱਜ ਖਬਰਾਂ ਸੀ ਕਿ ਕਿਤੇ ਝੱਖੜ ਚੱਲ ਰਿਹਾ ਹੈ, ਕਿਤੇ ਹਨੇਰੀ ਹੈ, ਕਿਤੇ ਮੀਂਹ ਪੈ ਰਿਹਾ ਹੈ ਤੇ ਉਧਰ ਸੋਨੇ ਵਰਗੀ ਪੁੱਤਾਂ ਧੀਆਂ ਵਾਂਗ ਪਾਲ ਕੇ ਜਵਾਨ ਕੀਤੀ ਫਸਲ ਖੇਤਾਂ ਵਿੱਚ ਖੜੀ ਹੈ। ਤੇ ਜੇਕਰ ਕਿਸੇ ਨੇ ਕੱਟ ਵੱਢ ਵੀ ਲਈ ਹੈ ਤਾਂ ਹਲੇ 10 ਅਪ੍ਰੈਲ ਤੋਂ ਪਹਿਲਾਂ ਮੰਡੀਆਂ ਨਹੀਂ, 10 ਅਪ੍ਰੈਲ ਤੋਂ ਪਹਿਲਾਂ ਖਰੀਦ ਸ਼ੁਰੂ ਨਹੀਂ ਤੇ 10 ਅਪ੍ਰੈਲ ਤੋਂ ਬਾਅਦ ਹੁਣ ਸਥਿਤੀ ਕੀ ਬਣਨੀ ਆ ਉਹੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਹੁਣ ਕੇਂਦਰ ਸਰਕਾਰ ਕਿਸਾਨਾਂ ਨੂੰ ਅਦਾਇਗੀ ਤਾਂ ਕਰਨਾ ਚਾਹੁੰਦੀ ਹੈ, ਪਰ ਕਹਿੰਦੇ ਸਿੱਧੀ ਅਦਾਇਗੀ ਕਰਨੀ ਹੈ। ਇਸ ਮਾਮਲੇ ਤੇ ਮੁਕੰਮਲ ਰੂਪ ਦੇ ਵਿੱਚ ਕੇਂਦਰ ਅੜ ਗਿਆ, ਜਿਸ ਕਾਰਨ ਪੰਜਾਬ ਸਰਕਾਰ ਵੀ ਕਾਫੀ ਫਿਕਰਮੰਦ ਨਜ਼ਰ ਆਈ ਹੈ। ਮਾਹਿਰ ਹੁਣ ਮਹਿਸੂਸ ਕਰ ਰਹੇ ਹੈ ਕਿ ਕੇਂਦਰ ਦੇ ਵਤੀਰੇ ਨੂੰ ਦੇਖਦਿਆਂ ਪੰਜਾਬ ਵਿੱਚ ਕਿਸਾਨਾਂ ਨੂੰ ਸਿੱਧੀ ਅਦਾਇਗੀ ਵਾਸਤੇ ਪਲਾਨ ਬੀ ਦੀ ਵੀ ਤਿਆਰੀ ਸਰਕਾਰ ਨੂੰ ਕਰਨੀ ਪਏਗੀ। ਉਂਝ ਪੰਜਾਬ ਸਰਕਾਰ ਜਿਣਸ ਦੀ ਅਦਾਇਗੀ ਪੁਰਾਣੇ ਤਰੀਕੇ ਨਾਲ ਕਰਨ ਵਾਸਤੇ ਹਾਲ ਦੀ ਘੜੀ ਡਟੀ ਹੋਈ ਹੈ, ਪਰ ਪੰਜਾਬ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਸੂਤਰਾਂ ਅਨੁਸਾਰ ਜੇਕਰ ਕੇਂਦਰ ਸਰਕਾਰ ਨੇ ਸੁਰ ਨਰਮ ਨਾ ਕੀਤੇ, ਆਪਣੀ ਜਿੱਦ ਤੇ ਅੜੀ ਰਹੀ ਟਸ ਤੋਂ ਮਸ ਨਾ ਹੋਈ, ਤਾਂ ਪੰਜਾਬ ਸਰਕਾਰ ਕੋਲ ਸਿੱਧੀ ਅਦਾਇਗੀ ਕੀਤੇ ਜਾਣ ਤੋਂ ਇਲਾਵਾ ਚਾਰਾ ਕੋਈ ਨਹੀਂ ਬਚਣਾ। ਸੂਤਰ ਇਹ ਵੀ ਦੱਸਦੇ ਆ ਕਿ ਪੰਜਾਬ ਸਰਕਾਰ ਨੂੰ ਕੇਂਦਰੀ ਜਿੱਦ ਨੂੰ ਦੇਖਦਿਆਂ ਆਪਣੀ ਇੱਕ ਸਿੱਧੀ ਅਦਾਇਗੀ ਵਾਸਤੇ ਸੌਫਟਵੇਅਰ ਬਣਾ ਲਿਆ ਤੇ ਉਹਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਧਿਕਾਰਤ ਸੂਤਰਾਂ ਦੇ ਮੁਤਾਬਕ ਅੱਜ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਦਰਮਿਆਨ ਸਿੱਧੀ ਅਦਾਇਗੀ ਦੇ ਮਾਮਲੇ ਤੇ ਵੀਡੀਓ ਕਾਨਫਰੰਸ ਵੀ ਹੋਈ, ਪਰ ਜਿਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਕੇਂਦਰੀ ਖੁਰਾਕ ਮੰਤਰੀ ਇਸ ਗੱਲ ਤੇ ਵਜਿੱਦ ਰਹੇ ਕਿ ਜਦੋਂ ਬਾਕੀ ਸਾਰੇ ਸੂਬੇ ਸਿੱਧੀ ਅਦਾਇਗੀ ਸ਼ੁਰੂ ਕਰਨ ਜਾ ਰਹੇ ਨੇ ਤਾਂ ਇਕੱਲੇ ਪੰਜਾਬ ਵਾਸਤੇ ਅਸੀਂ ਨਿਯਮ ਕਿਵੇਂ ਬਦਲ ਦਈਏ। ਉਹਨਾਂ ਹਵਾਲਾ ਦਿੱਤਾ ਕਿ ਪਹਿਲਾਂ ਸਿੱਧੀ ਅਦਾਇਗੀ ਲਈ 1 ਸਾਲ ਦੀ ਮੋਹਲਤ ਵੀ ਦਿੱਤੀ ਗਈ, ਉਸ ਤੋਂ ਬਾਅਦ ਕੋਵਿਡ-19 ਮਹਾਮਾਰੀ ਦੌਰਾਨ ਵੀ ਇਹਦੇ ਕਾਰਨ ਵੀ ਨਵੀਂ ਜਿਹੜੀ ਪ੍ਰਣਾਲੀ ਸੀ ਪੰਜਾਬ ਦੇ ਵਿੱਚ ਲਾਗੂ ਕਰਨ ਵਾਸਤੇ ਅਸੀਂ ਨਰਮੀ ਵੀ ਦਿਖਾਈ। ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਸਿੱਧੀ ਅਦਾਇਗੀ ਤੇ ਅੜੇ ਰਹੇ, ਪਰ ਪੰਜਾਬ ਦੇ ਮੰਤਰੀ ਕਹਿੰਦੇ ਰਹੇ ਕਿ ਹਾਲੇ ਸਾਨੂੰ ਸਮਾਂ ਚਾਹੀਦਾ। ਤੇ ਸੂਤਰ ਇਹ ਵੀ ਦੱਸਦੇ ਆ ਕਿ ਕੇਂਦਰ ਸਰਕਾਰ ਜ਼ਮੀਨੀ ਰਿਕਾਰਡ ਅਪਲੋਡ ਕਰਨ ਨੂੰ ਮੁਲਤਵੀ ਕਰਨ ਵਾਸਤੇ ਇਸ ਵਕਤ ਰਜ਼ਾਮੰਦ ਨਹੀਂ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਦਰਮਿਆਨ ਹੁਣ ਆਉਣ ਵਾਲੇ ਵੀਰਵਾਰ ਨੂੰ ਅਗਲੀ ਮੀਟਿੰਗ ਨਵੀਂ ਦਿੱਲੀ ਵਿੱਚ ਹੋਣੀ ਹੈ, ਜਿਸ ਦੇ ਵਿੱਚ ਸੰਭਾਵਨਾ ਹੈ ਕਿ ਆਖਰੀ ਫੈਸਲਾ ਲਿਆ ਜਾਏਗਾ। ਤੇ ਉਧਰ ਦੂਸਰੇ ਪਾਸੇ ਖਬਰ ਮਿਲ ਗਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ 7 ਅਪ੍ਰੈਲ ਭਾਵ ਅੱਜ ਸ਼ਾਮ ਦੇ 4 ਵਜੇ ਸਿਵਲ ਸਕੱਤਰੇਤ ਵਿੱਚ ਆੜ੍ਹਤੀਆਂ ਤੇ ਅਧਿਕਾਰੀਆਂ ਦੀ ਮੀਟਿੰਗ ਸੱਦ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਵਿੱਚ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨੀ ਪੈਂਦੀ ਹੈ ਤਾਂ ਪੰਜਾਬ ਸਰਕਾਰ ਦੇ ਕੋਲ ਫਿਰ ਜਿਣਸ ਦੀ ਲੋਡਿੰਗ ਵਾਸਤੇ ਅਨਲੋਡਿੰਗ ਵਾਸਤੇ ਲੇਬਰ ਹੈ ਹੀ ਨਹੀਂ ਕੋਈ। ਸਫਾਈ ਕੀ ਤੋਂ ਕਰਾਉਣਗੇ, ਤਲਾਈ ਕੀ ਤੋਂ ਕਰਾਉਣਗੇ, ਲੋਡਿੰਗ ਕੀ ਤੋਂ ਕਰਾਉਣਗੇ, ਅਨਲੋਡਿੰਗ ਕੀ ਤੋਂ ਕਰਾਉਣਗੇ। ਪੰਜਾਬ ਸਰਕਾਰ ਕੋਲ ਅੱਜ ਜੇਕਰ ਕੇਂਦਰ ਸਰਕਾਰ ਇਹ ਫੈਸਲਾ ਲਾਗੂ ਕਰ ਦਿੰਦੀ ਹੈ, ਆੜ੍ਹਤੀਆਂ ਦੀ ਥਾਂ ਤੇ ਕੋਈ ਬਦਲਵਾਂ ਜਾਂ ਢੁਕਵਾਂ ਪ੍ਰਬੰਧ ਨਹੀਂ ਹੈ। ਤੇ ਦੂਸਰੇ ਪਾਸੇ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਨੇ ਵਿਜੇ ਕਾਲੜਾ, ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਨੇ ਮੀਟਿੰਗ ਸੱਦ ਲਈ ਹੈ, ਅਸੀਂ ਮੀਟਿੰਗ ਵਿੱਚ ਜਾਵਾਂਗੇ ਤੇ ਆਪਣੀਆਂ ਮੰਗਾਂ ਰੱਖਾਂਗੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਸਿੱਧੀ ਅਦਾਇਗੀ ਸ਼ੁਰੂ ਕੀਤੀ ਤਾਂ ਪੰਜਾਬ ਭਰ ਦੇ ਆੜ੍ਹਤੀਏ ਮੰਡੀਆਂ ਬੰਦ ਕਰ ਦੇਣਗੇ। 10 ਅਪ੍ਰੈਲ ਤੋਂ ਖਰੀਦ ਸ਼ੁਰੂ ਹੋਣੀ ਹੈ, ਅਸੀਂ 10 ਅਪ੍ਰੈਲ ਤੋਂ ਖਰੀਦ ਸ਼ੁਰੂ ਨਹੀਂ ਕਰਾਂਗੇ, ਅਸੀਂ 10 ਅਪ੍ਰੈਲ ਤੋਂ ਹੜਤਾਲ ਤੇ ਚਲੇ ਜਾਣਾ। ਪਤਾ ਲੱਗਿਆ ਕਿ ਮੀਟਿੰਗ ਦੇ ਵਿੱਚ FCI ਦੇ ਅਧਿਕਾਰੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੇ ਗਏ ਹੈ, ਆੜ੍ਹਤੀਏ ਵੀ ਸੱਦੇ ਆ, FCI ਵਾਲੇ ਵੀ ਸੱਦੇ ਹੈ। ਪਰ ਆਪ ਹੁਣ ਕੇਂਦਰ ਸਰਕਾਰ ਕੀ ਚਾਹੁੰਦੀ ਹੈ, ਕਿਉਂਕਿ FCI ਵਾਲੇ ਤਾਂ ਕਰਿੰਦੇ ਹੈ, ਉਹਨਾਂ ਨੇ ਤਾਂ ਜਿਹੜੇ ਹੁਕਮ ਕੇਂਦਰ ਸਰਕਾਰ ਨੇ ਉਹਨਾਂ ਨੂੰ ਆਖਿਆ ਉਹ ਲਾਗੂ ਕਰਨੇ ਆ। ਪਰ ਹੁਣ ਇਹ ਜਿਹੜਾ ਪੇਚ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਚਕਾਰ ਫਸ ਗਿਆ, ਇਹਦਾ ਸਭ ਤੋਂ ਵੱਡਾ ਖਮਿਆਜ਼ਾ ਕਿਹਨੂੰ ਭੁਗਤਣਾ ਪੈਣਾ ਹੈ? ਆੜ੍ਹਤੀਆਂ ਨੂੰ, ਮੁਨੀਮਾਂ ਨੂੰ, ਪੱਲੇਦਾਰਾਂ ਨੂੰ, ਕਿਸਾਨਾਂ ਨੂੰ। ਉੱਪਰ ਦੀ ਰੱਬ ਕਰੋਪ ਹੋਇਆ ਖੜਾ ਹੈ। ਸੋ ਵੇਖਦੇ ਹਾਂ ਕਿ ਇਹ ਜਿਣਸ ਇਸ ਵਾਰ ਰੁਲਦੀ ਹੈ, ਵਿਕਦੀ ਹੈ, ਜਾਂ ਇਹ ਪੇਚ ਇਸੇ ਤਰ੍ਹਾਂ ਫਸਿਆ ਰਹਿੰਦਾ ਹੈ, ਜਾਂ ਥੋੜਾ ਬਹੁਤ ਢਿੱਲਾ ਹੁੰਦਾ ਹੈ। ਤੇ 6 ਮਹੀਨੇ ਹੋ ਗਏ ਹੈ ਕੇਂਦਰ ਸਰਕਾਰ ਦੇ ਤਿੰਨੇ ਖੇਤੀ ਸੁਧਾਰ ਕਾਨੂੰਨਾਂ ਤੋਂ ਬਾਅਦ ਲਗਾਤਾਰ ਕਿਸਾਨ ਡਟੇ ਹੋਇਆ ਕਿ ਸਾਨੂੰ ਕਾਨੂੰਨ ਨਹੀਂ ਚਾਹੀਦੇ। ਪਰ ਕੇਂਦਰ ਸਰਕਾਰ ਤਾਂ ਚਿੱਠੀ ਲਿਖ ਕੇ ਆਖਦੀ ਹੈ ਕਿ ਵਧੂਆ ਮਜ਼ਦੂਰੀ ਕਰਵਾਉਣੇ ਹੋ, ਭਾਵ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀਆਂ ਗੱਲਾਂ। ਪਰ ਹੁਣ ਇੱਕ ਹੋਰ ਖੁੰਦਕ ਭਰਿਆ ਫੈਸਲਾ ਸੁਣਾ ਦਿੱਤਾ ਹੈ, ਤੇ ਇਹ ਫੈਸਲਾ ਵੀ ਕੇਂਦਰ ਨੇ ਚੁੱਪ ਚਪੀਤੇ ਸੁਣਾਇਆ ਹੈ। ਨਰਮੇ ਦੇ BT ਬੀਜਾਂ ਦੀ ਕੀਮਤ ਵਧਾ ਦਿੱਤੀ ਹੈ।
ਪੰਜਾਬ ਦੇ ਕਿਸਾਨਾਂ ਤੇ ਇਸ ਵਾਅਦੇ ਨਾਲ ਲਗਭਗ 6 ਕਰੋੜ ਰੁਪਏ ਦਾ ਨਵਾਂ ਬੋਝ ਲੱਦ ਦਿੱਤਾ ਹੈ। ਕੇਂਦਰੀ ਖੇਤਰੀ ਮੰਤਰਾਲੇ ਨੇ ਕਿਸਾਨੀ ਘੋਲ ਦੌਰਾਨ BT ਬੀਜ ਦੇ ਭਾਅ ਵਿੱਚ ਇਹ ਵਾਧਾ ਕਰਕੇ ਮੈਨੂੰ ਲੱਗਦਾ ਹੈ ਕਿ ਹਰਿਆਣਾ ਦੇ, ਪੰਜਾਬ ਦੇ, ਕਿਉਂਕਿ ਜਿੱਥੇ-ਜਿੱਥੇ ਨਰਮਾ ਬੀਜਿਆ ਜਾ ਰਿਹਾ ਹੈ, ਜਿੱਥੇ-ਜਿੱਥੇ ਇਸ ਵਕਤ ਕਿਸਾਨੀ ਘੋਲ ਚੱਲ ਰਿਹਾ ਹੈ, ਉਹਨਾਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਬਦਲਾਖੋਰੀ ਦੀ ਨੀਤੀ ਅਪਣਾ ਰਹੇ ਹਾਂ। ਹੁਣ ਹਰਿਆਣਾ ਦੇ ਕਿਸਾਨਾਂ ਤੇ ਜੇਕਰ ਆਪਾਂ ਵਾਧੇ ਦੀ ਗੱਲ ਕਰੀਏ, ਕਰੀਬ ਉਹਨਾਂ ਤੇ 13 ਕਰੋੜ ਤੇ 61 ਲੱਖ ਰੁਪਏ ਦਾ ਵਾਧੂ ਵਜ਼ਨ ਪਏਗਾ। ਖੇਤੀ ਵਿਭਾਗ ਪੰਜਾਬ ਦੇ ਵੱਲੋਂ ਐਤਕੀ 31 ਬੀਜ ਕੰਪਨੀਆਂ ਨੂੰ 86 ਹਾਈਬ੍ਰਿਡ ਕਿਸਮਾਂ ਲਈ ਪ੍ਰਵਾਨਗੀ ਦਿੱਤੀ ਗਈ ਸੀ। ਜਾਣਕਾਰੀ ਮਿਲੀ ਹੈ ਕਿ ਕੇਂਦਰੀ ਮੰਤਰਾਲੇ ਦੇ ਵੱਲੋਂ ਕਾਟਨ ਸੀਡ ਪ੍ਰਾਈਸ ਆਰਡਰ 2015 ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕਰਕੇ BT ਬੀਜ ਦੇ ਪੈਕਟ ਦੀ ਕੀਮਤ ਐਤਕੀ 767 ਰੁਪਏ ਵਿੱਚ ਦਿੱਤੀ ਗਈ ਹੈ, ਜਦਕਿ ਬੀਤੇ ਬਰੇ ਇਹ ਕੀਮਤ 730 ਰੁਪਏ ਸੀ। ਪ੍ਰਤੀ ਪੈਕਟ 37 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਖੇਤੀ ਮਾਹਿਰਾਂ ਦੇ ਅਨੁਸਾਰ ਪ੍ਰਤੀ ਹੈਕਟੇਅਰ ਵਿੱਚ 5 ਪੈਕਟ BT ਬੀਜ ਦੀ ਸਿਫਾਰਿਸ਼ ਕੀਤੀ ਗਈ ਹੈ। ਕਿਸਾਨਾਂ ਨੂੰ ਹੁਣ ਪ੍ਰਤੀ ਹੈਕਟੇਅਰ ਲਈ BT ਬੀਜ ਤੇ 3800 ਤੇ 35 ਰੁਪਏ ਖਰਚਣੇ ਪੈਣਗੇ। ਪੰਜਾਬ ਵਿੱਚ ਨਵੇਂ ਵਾਧੇ ਮਗਰੋਂ ਲਗਭਗ 125 ਕਰੋੜ ਦੇ BT ਬੀਜਾਂ ਦਾ ਕਾਰੋਬਾਰ ਹੋਏਗਾ। ਖੇਤੀ ਵਿਭਾਗ ਦੇ ਵੱਲੋਂ ਇਸ ਵਾਰ ਪੰਜਾਬ ਵਿੱਚ 3.25 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬਿਜਾਈ ਦਾ ਟੀਚਾ ਤੈਅ ਕੀਤਾ ਗਿਆ ਸੀ, ਜਿਸ ਲਈ BT ਬੀਜ ਦੇ ਕਰੀਬ 16.5 ਲੱਖ ਪੈਕਟਾਂ ਦੀ ਲੋੜ ਪੈਣੀ ਹੈ ਤੇ ਖੇਤੀ ਵਿਭਾਗ ਨੇ ਲਗਭਗ 26 ਲੱਖ BT ਬੀਜ ਦੇ ਪੈਕਟਾਂ ਦਾ ਇੰਤਜ਼ਾਮ ਵੀ ਕੀਤਾ ਹੋਇਆ ਹੈ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ 7 ਲੱਖ ਤੇ 36 ਹਜ਼ਾਰ ਹੈਕਟੇਅਰ ਰਕਬੇ ਦੇ ਉੱਤੇ ਨਰਮੇ ਦੀ ਬਿਜਾਈ ਦਾ ਅਨੁਮਾਨ ਹੈ ਅਤੇ ਹਰਿਆਣਾ ਵਿੱਚ ਨਵੇਂ ਵਾਧੇ ਨਾਲ ਕਰੀਬ 13.61 ਕਰੋੜ ਕਿਸਾਨਾਂ ਨੂੰ ਵੱਧ ਤਾਰਨਾ ਪਏਗਾ। ਸਾਲ 2019 ਵਿੱਚ BT ਬੀਜ ਦੀ ਕੀਮਤ 730 ਰੁਪਏ ਪ੍ਰਤੀ ਪੈਕਟ ਸੀ ਅਤੇ ਸਾਲ 2020 ਦੇ ਵਿੱਚ ਇਸ ਕੀਮਤ ਵਿੱਚ ਕੋਈ ਵਾਧਾ ਨਹੀਂ ਸੀ ਕੀਤਾ ਗਿਆ। ਤੇ ਹੁਣ ਤੁਸੀਂ ਇਹ ਦੇਖੋ, ਜੇ ਇੱਕ ਹੋਰ ਪਹਿਲੂ ਤੋਂ ਆਪਾਂ ਇਹਦੇ ਉੱਤੇ ਨਜ਼ਰ ਮਾਰੀਏ ਤਾਂ ਪੰਜਾਬ ਦੀ ਨਰਮਾ ਪੱਟੀ ਹੈ, ਜਿਹੜੀ ਬਠਿੰਡਾ ਹੈ, ਮਾਨਸਾ ਹੈ, ਬਰਨਾਲਾ ਹੈ, ਇਹ ਸਾਰੀ ਜਿਹੜੀ ਨਰਮਾ ਪੱਟੀ ਹੈ, ਇਸ ਨਰਮਾ ਪੱਟੀ ਦੇ ਕਿਸਾਨਾਂ ਦੀ ਹਾਲਤ ਪੰਜਾਬ ਭਰ ਦੇ ਵਿੱਚੋਂ ਸਭ ਤੋਂ ਮਾੜੀ ਹੈ। ਉਹਦਾ ਕਾਰਨ ਹੈ ਕਿ ਖੁਦਕੁਸ਼ੀਆਂ ਨਰਮਾ ਪੱਟੀ ਵਿੱਚ ਸਭ ਤੋਂ ਵੱਧ ਹੁੰਦੀਆਂ ਨੇ, ਪਰ ਫਿਰ ਨਰਮਾ ਪੱਟੀ ਦੇ ਕਿਸਾਨਾਂ ਦੇ ਉੱਤੇ ਵਾਧੂ ਕਰੋੜਾਂ ਦਾ ਬੋਝ ਹੋਰ ਲੱਦ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਨੇ ਸਰੂਪ ਸਿੰਘ ਸਿੱਧੂ, ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰਕੇ ਬਲਦੀ ਤੇ ਤੇਲ ਪਾ ਰਹੀ ਹੈ, ਕਿਸਾਨ ਨਪੀੜੇ ਜਾ ਰਹੇ ਹੈ। ਉਹਨਾਂ ਕਿਹਾ ਕਿ ਵਾਧੇ ਨਾਲ ਪੰਜਾਬ ਦੇ ਕਿਸਾਨਾਂ ਦੀ ਲਾਗਤ ਦੇ ਖਰਚੇ ਵਧਣਗੇ, ਜਦਕਿ ਕਿਸਾਨ ਤਾਂ ਪਹਿਲਾਂ ਹੀ ਖੇਤੀ ਕਾਨੂੰਨਾਂ ਦੀ ਵਿਪਤਾ ਦੀ ਮਾਰ ਚੱਲ ਰਿਹਾ ਹੈ। ਤੇ ਦੂਸਰੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਫੈਸਲਾ ਕਿਸਾਨੀ ਦੇ ਤੇ ਕਿਸਾਨਾਂ ਦੇ ਉਲਟ ਕਰ ਰਹੀ ਹੈ। ਉਹ ਕਹਿੰਦੇ ਇਸੇ ਹੀ ਕੜੀ ਦੇ ਵਿੱਚ BT ਬੀਜਾਂ ਦੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਖੁੰਦਕ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਕੌਮਾਂਤਰੀ ਬੀਜ ਕੰਪਨੀਆਂ ਦਾ ਗਲਬਾ ਲਗਾਤਾਰ ਵਧ ਰਿਹਾ ਹੈ ਅਤੇ ਕਹਿੰਦੇ ਤੁਸੀਂ ਆਪ ਹਿਸਾਬ ਲਾਓ, ਇਹ ਕਿਸਾਨਾਂ ਨੂੰ ਆਖ ਰਹੀ ਹੈ ਕਿ ਅਸੀਂ ਤੁਹਾਡੇ ਵਿਚੋਲੇ ਖਤਮ ਕਰਨੇ ਆ। ਵਿਚੋਲੇ ਕਹਿੰਦੇ ਆ ਆੜਤੀਆਂ ਨੂੰ। ਕਿਸਾਨ ਕਹਿੰਦੇ ਨੇ ਕਿ ਆੜਤੀਏ ਸਾਡੇ ਵਿਚੋਲੇ ਨਹੀਂ, ਇਹ ਸਾਡਾ ATM ਹੈ। ਉਹ ਕਹਿੰਦੇ BT ਬੀਜਾਂ ਵਾਲੀਆਂ ਜਿਹੜੀਆਂ ਕੰਪਨੀਆਂ ਨੇ, ਵੱਡੀਆਂ ਕੰਪਨੀਆਂ ਨੇ ਬੀਜਾਂ ਵਾਲੀਆਂ, ਫਿਰ ਹੁਣ ਇਹ ਦੱਸੇ ਕੇਂਦਰ ਕਿ ਕੇਂਦਰ ਕਿਸਾਨਾਂ ਵਾਸਤੇ ਕੰਮ ਕਰ ਰਿਹਾ ਹੈ ਜਾਂ ਕੇਂਦਰ ਇਹਨਾਂ ਕੰਪਨੀਆਂ ਦੇ ਵਾਸਤੇ ਕੰਮ ਕਰ ਰਿਹਾ। ਉਹ ਕਹਿੰਦੇ ਇਹ ਇੱਕ ਹੋਰ ਕੇਂਦਰ ਸਰਕਾਰ ਦਾ ਕਿਸਾਨਾਂ ਦੇ ਲਈ ਖੁੰਦਕ ਭਰਿਆ ਫੈਸਲਾ ਹੈ। ਕੱਲ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਖਬਰ ਸੀ ਲੁਧਿਆਣੇ ਦੀ ਕਿ ਲੈਂਟਰ ਡਿੱਗਿਆ, ਜਿਸ ਦੇ ਵਿੱਚ ਉਸ ਵਕਤ ਤੱਕ 3 ਬਾਅਦ ਵਿੱਚ 4 ਤੇ ਹੁਣ ਪਤਾ ਲੱਗਿਆ ਕਿ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਲੈਂਟਰ ਡਿੱਗਣ ਦੇ ਮਾਮਲੇ ਦੇ ਵਿੱਚ ਥਾਣਾ ਡਿਵੀਜ਼ਨ ਨੰਬਰ ਦੀ 6 ਪੁਲਿਸ ਨੇ ਫੈਕਟਰੀ ਦੇ ਮਾਲਕ ਨੂੰ ਪਤਾ ਲੱਗਿਆ ਕਿ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਦੱਸਣ ਮੁਤਾਬਕ ਮੁਲਜ਼ਮ ਜਸਵਿੰਦਰ ਸਿੰਘ ਉਰਫ ਸੋਨੂ ਨੂੰ ਦਸ਼ਮੇਸ਼ ਨਗਰ ਇਲਾਕੇ ਦੇ ਵਿੱਚੋਂ ਮੰਗਲਵਾਰ ਦੀ ਸ਼ਾਮ ਗ੍ਰਿਫਤਾਰ ਕੀਤਾ ਗਿਆ। ਪੁਲਿਸ ਇਸ ਮਾਮਲੇ ਦੇ ਦੂਸਰੇ ਮੁਲਜ਼ਮ ਮੁਹੰਮਦ ਹਾਰੂਨ ਨੂੰ ਵੀ ਲੱਭ ਰਹੀ ਹੈ। ਦੱਸਣਾ ਬਣਦਾ ਹੈ ਕਿ ਸੋਮਵਾਰ ਦੇ ਸਵੇਰੇ ਲਗਭਗ 9:30 ਵਜੇ ਬਾਬਾ ਮੁਕੰਦ ਸਿੰਘ ਨਗਰ ਦੇ ਵਿੱਚ ਇੱਕ ਫੈਕਟਰੀ ਦੀ ਤੀਸਰੀ ਮੰਜ਼ਲ ਤੇ ਲੈਂਟਰ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਫੈਕਟਰੀ ਦਾ ਲੈਂਟਰ ਡਿੱਗ ਪਿਆ। ਲੈਂਟਰ ਦੇ ਹੇਠਾਂ ਕਈ ਮਜ਼ਦੂਰ ਦੱਬੇ ਗਏ ਸੀ। ਹਾਦਸੇ ਦੇ ਵਿੱਚ ਕੁੱਲ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਦਰਜਨ ਦੇ ਕਰੀਬ ਮਜ਼ਦੂਰ ਫੱਟੜ ਹੋ ਗਏ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਲੈਂਟਰ ਚੁੱਕੇ ਜਾਣ ਦੇ ਮਾਮਲੇ ਦੇ ਵਿੱਚ ਫੈਕਟਰੀ ਦੇ ਮਾਲਕ
ਜਸਵਿੰਦਰ ਸਿੰਘ ਉਰਫ ਸੋਨੂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਠੇਕੇਦਾਰ ਮੁਹੰਮਦ ਹਾरून ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਹੈ, ਪਰ ਹਾਲੇ ਉਹ ਲੱਭਿਆ ਨਹੀਂ। ਹਾरून ਨੂੰ ਲੱਭਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੁਸੀਂ ਦੇਖੋ ਕਿ ਧੰਦਾ ਗੈਰ ਕਾਨੂੰਨੀ ਚੱਲੀ ਜਾ ਰਿਹਾ ਹੈ। ਇਹ ਪੁਲਿਸ ਅਤੇ ਪ੍ਰਸ਼ਾਸਨ ਦੇ ਨੱਕ ਹੇਠ ਚੱਲ ਰਿਹਾ ਹੈ। ਭੀੜ ਭੜੱਕੇ ਵਾਲਾ ਇਲਾਕਾ ਹੈ, ਉੱਥੇ ਕੰਸਟਰਕਸ਼ਨ ਚੱਲ ਰਹੀ ਹੈ। ਹੁਣ ਕਹਿ ਰਹੇ ਨੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਤੇ ਇਹਦੀ ਤਫਤੀਸ਼ ਕਰ ਰਹੇ ਹਾਂ ਕਿ ਬਕਾਇਦਾ ਤੌਰ ਤੇ ਪਰਮਿਟ ਲਏ ਸੀ। ਇਹ ਤਫਤੀਸ਼ ਕਰਨ ਵਾਲੀ ਕਿਹੜੀ ਗੱਲ ਹੈ? ਤੁਸੀਂ ਸਿਟੀ ਹਾਲ ਜਾਓ, ਉੱਥੋਂ ਪਤਾ ਲੱਗ ਜਾਣਾ ਕਿ ਫਲਾਣੀ ਬਿਲਡਿੰਗ ਜਿਹੜਾ ਲੈਂਟਰ ਡਿੱਗਿਆ ਕਿ ਉਹਦਾ ਪਰਮਿਟ ਇਸ਼ੂ ਹੋਇਆ ਸੀ ਜਾਂ ਨਹੀਂ ਸੀ ਹੋਇਆ। ਕਈ ਗੱਲਾਂ ਤਾਂ ਇਸ ਤਰ੍ਹਾਂ ਦੀਆਂ ਹਵਾਈ ਛੱਡੀਆਂ ਜਾਂਦੀਆਂ ਨੇ ਨਾ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ, ਕਿ ਇਹਦੀ ਜਾਂਚ ਕਰ ਰਹੇ ਹਾਂ। ਸਿੱਧੀ ਗੱਲ ਤੁਸੀਂ ਪ੍ਰੈਸ ਨੂੰ ਦੱਸੋ ਕਿ ਭਾਈ ਅਸੀਂ ਸਿਟੀ ਹਾਲ ਜਾ ਕੇ ਪਤਾ ਕਰ ਲਿਆ, ਕੋਈ ਇਹਨਾਂ ਨੇ ਪਰਮਿਟ ਨਹੀਂ ਸੀ ਲਿਆ। ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ, ਤਫਤੀਸ਼ ਕਾਹਦੀ ਕੀਤੀ ਜਾ ਰਹੀ ਹੈ? ਇਹ ਤਾਂ ਦੱਸਿਆ ਜਾ ਸਕਦਾ ਨਾ ਕਿ ਪਰਮਿਟ ਲਿਆ ਸੀ ਜਾਂ ਨਹੀਂ ਲਿਆ ਸੀ। ਹੁਣ ਵੇਖਦੇ ਹਾਂ ਕਿ ਇਹਨਾਂ 5 ਮਜ਼ਦੂਰਾਂ ਦੀ ਮੌਤ ਦੇ ਉੱਤੇ ਕਿੰਨੀ ਕੁ ਸਖਤੀ ਕੀਤੀ ਜਾਂਦੀ ਹੈ। ਤੇ ਅਗਲੀ ਖਬਰ ਫਿਰ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਹੈ। ਲਗਭਗ ਹਰ ਰੋਜ਼ ਇਸ ਤਰ੍ਹਾਂ ਦੀ ਕੋਈ ਨਾ ਕੋਈ ਖਬਰ ਹੁੰਦੀ ਹੈ ਜਦੋਂ ਕਿਸੇ ਨਾ ਕਿਸੇ ਕਿਸਾਨ ਦੀ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗਦੀ ਹੈ। ਜਾਣਕਾਰੀ ਮਿਲੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸਰਗਰਮ ਵਰਕਰ ਸਨ 48 ਵਰ੍ਹਿਆਂ ਦੇ ਕਰਮਜੀਤ ਸਿੰਘ, ਜਿਨ੍ਹਾਂ ਦਾ ਪਿੰਡ ਮੰਡੀ ਕਲਾਂ ਤੇ ਜ਼ਿਲ੍ਹਾ ਬਠਿੰਡਾ। ਉਹਨਾਂ ਦੀ ਜਿੰਦ ਇਸ ਸੰਘਰਸ਼ ਦੇ ਲੇਖੇ ਲੱਗ ਗਈ ਹੈ। ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਪਿਛਲੇ 10 ਦਿਨਾਂ ਤੋਂ ਦਿੱਲੀ ਧਰਨੇ ਤੇ ਗਏ ਹੋਏ ਸਨ। ਉੱਥੇ ਉਹਨਾਂ ਦੀ ਸਿਹਤ ਵਿਗੜੀ, ਤਬੀਅਤ ਖਰਾਬ ਹੋਈ, ਜਿਸ ਕਰਕੇ ਕੱਲ ਰਾਤ ਲਗਭਗ ਉਹ ਕਹਿੰਦੇ ਉਹਨੂੰ ਵਾਪਸ ਲਿਆਂਦਾ ਗਿਆ ਤੇ ਵਾਪਸ ਆਉਣ ਤੇ ਸਵੇਰ ਚੜ੍ਹਨ ਤੋਂ ਪਹਿਲਾਂ ਉਹਨਾਂ ਦੀ ਸਿਹਤ ਵਿਗੜੀ ਅਤੇ ਸਿਹਤ ਵਿਗੜੀ ਠੀਕ ਨਹੀਂ ਹੋਈ ਤੇ ਉਹਨਾਂ ਦੀ ਆਖਰਕਾਰ ਮੌਤ ਹੋ ਗਈ ਹੈ। ਪਿੰਡ ਇਕਾਈ ਦੇ ਪ੍ਰਧਾਨ ਨੇ ਬਲਰਾਜ ਸਿੰਘ, ਉਹਨਾਂ ਦੱਸਿਆ ਕਿ ਪੋਸਟਮਾਰਟਮ ਲਾਸ਼ ਦਾ ਕਰਨ ਤੋਂ ਉਪਰੰਤ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ। ਤਹਿਸੀਲਦਾਰ ਬਠਿੰਡਾ ਦੇ ਵੱਲੋਂ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਪਰਿਵਾਰ ਨੂੰ ਦੇਣ ਦੇ ਦਿੱਤੇ ਭਰੋਸੇ ਤੋਂ ਬਾਅਦ ਕਰਮਜੀਤ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਨਾਲ ਉਹ ਕਹਿੰਦੇ ਅਸੀਂ ਮੰਗ ਕਰਦੇ ਹਾਂ ਕਿ ਪਰਿਵਾਰ ਨੂੰ ਘੱਟੋ ਘੱਟ 10 ਲੱਖ ਰੁਪਏ ਦਾ ਮੁਆਵਜ਼ਾ ਮਿਲੇ ਅਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਮਿਲੇ। ਮ੍ਰਿਤਕ ਆਪਣੇ ਪਿੱਛੇ 2 ਕੁਆਰੇ ਪੁੱਤਰ ਅਤੇ ਪਤਨੀ ਛੱਡ ਗਿਆ ਤੇ ਨਾਲ ਇਹ ਵੀ ਆਖਿਆ ਗਿਆ ਕਿ ਇਸ ਪਰਿਵਾਰ ਦੇ ਉੱਤੇ ਜਿਹੜਾ ਵੀ ਕਰਜ਼ਾ ਹੈ ਉਸ ਕਰਜ਼ ਨੂੰ ਮੁਆਫ ਕੀਤਾ ਜਾਵੇ। ਸੋ ਦੋਸਤੋ, ਅੱਜ ਤੱਕ ਇਸ ਸੰਘਰਸ਼ ਦੇ ਲੇਖੇ ਜਿੰਨੀਆਂ ਵੀ ਜਾਨਾਂ ਲੱਗੀਆਂ ਨੇ, ਜਿੰਨੀਆਂ ਵੀ ਜਿੰਦਾਂ ਲੱਗੀਆਂ ਨੇ, ਅਸੀਂ ਉਹਨਾਂ ਸਾਰਿਆਂ ਦੇ ਵਾਸਤੇ ਆਪਣੀ ਸ਼ਰਧਾ ਤੇ ਸਤਿਕਾਰ ਭੇਂਟ ਕਰਦੇ ਹਾਂ ਅਤੇ ਨਾਲ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ ਵਿਛੜੀਆਂ ਰੂਹਾਂ ਨੂੰ ਜਿੱਥੇ ਚਰਨਾਂ ਵਿੱਚ ਨਿਵਾਸ, ਉੱਥੇ ਪਿੱਛੇ ਰਹਿ ਗਏ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਵੀ ਬਖਸ਼ੀ ਦਾਤਿਆ। ਤੇ ਇੱਥੇ ਇਹ ਵੀ ਗੱਲ ਦੱਸਣ ਵਾਲੀ ਹੈ ਕਿ ਪਿੰਡ ਮੰਡੀ ਕਲਾਂ ਦੇ ਹੁਣ ਤੱਕ 3 ਕਿਸਾਨ ਇਸ ਸੰਘਰਸ਼ ਦੇ ਲੇਖੇ ਆਪਣੀ ਜਿੰਦ ਲਾ ਚੁੱਕੇ ਆ। ਕੁੱਲ ਗਿਣਤੀ 3 ਹੋ ਗਈ ਹੈ। ਕਰਮਜੀਤ ਤੋਂ ਪਹਿਲਾਂ ਇਸੇ ਪਿੰਡ ਦੇ ਨੌਜਵਾਨ ਮਨਪ੍ਰੀਤ ਸਿੰਘ ਅਤੇ ਇੱਕ ਮਾਤਾ ਜੀ ਜਿਨ੍ਹਾਂ ਦਾ ਨਾਮ ਬਲਵੀਰ ਕੌਰ ਸੀ, ਉਹ ਵੀ ਕਿਸਾਨੀ ਲੇਖੇ ਆਪਣੀ ਜਿੰਦ ਲਗਾ ਚੁੱਕੇ ਹਨ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ ਤੇ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।